ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਅੱਜ ਦੇ ਬੁਲੇਟਿਨ ਦੇ ਵਿੱਚ ਸਭ ਤੋਂ ਵੱਡੀ ਤੇ ਅਹਿਮ ਖਬਰ ਹੈ ਕਿ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਜਿਹੜੀ ਬੈਠਕ ਹੋਈ ਹੈ ਉਹ ਅੱਜ ਫੇਰ ਬੇਸਿੱਟਾ ਰਹੀ ਹੈ। ਬੈਠਕ ਦੇ ਵਿੱਚੋਂ ਕੁਝ ਨਹੀਂ ਨਿਕਲਿਆ। ਕਿਸਾਨਾਂ ਨੂੰ ਜਿਹੜਾ ਸੀ ਡਿਨਰ ਦਾ ਸੱਦਾ ਵੀ ਦਿੱਤਾ ਗਿਆ ਸੀ ਕਿ ਰਾਤ ਤੱਕ ਇਹ ਮੀਟਿੰਗ ਚੱਲੂਗੀ, 9 ਵਜੇ ਤੱਕ ਇਹ ਮੀਟਿੰਗ ਚੱਲੂਗੀ, ਪਰ ਇਹ ਪੌਣੇ 7 ਵਜੇ ਹੀ ਮੀਟਿੰਗ ਹੈ ਜਿਹੜੀ ਉਹ ਖਤਮ ਹੋ ਗਈ। ਕਰੀਬ 3 ਘੰਟਿਆਂ ਤੱਕ ਇਹ ਮੀਟਿੰਗ ਚੱਲੀ ਹੈ। 3 ਵਜੇ ਦੁਪਹਿਰੇ ਮੀਟਿੰਗ ਸ਼ੁਰੂ ਹੋਣੀ ਸੀ। ਕਿਸਾਨਾਂ ਨੇ ਬਾਹਰ ਆ ਕੇ ਇਹੀ ਕਿਹਾ ਕਿ ਕੇਂਦਰੀ ਮੰਤਰੀਆਂ ਕੋਲ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ। ਕੇਂਦਰ ਸਰਕਾਰ ਹਾਲੇ ਵੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਸਰਕਾਰ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ, ਖੇਤੀ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦੀ, ਸਿਰਫ ਇਹਨਾਂ ਤੇ ਵਿਚਾਰ ਚਰਚਾ ਕਰਨਾ ਚਾਹੁੰਦੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਦੱਸਿਆ ਕਿ ਮੁੜ ਤੋਂ ਕਿਸਾਨਾਂ ਦੇ ਨਾਲ ਪਰਸੋਂ ਨੂੰ ਬੈਠਕ ਹੋਏਗੀ, ਯਾਨੀ ਕਿ 3 ਦਸੰਬਰ ਨੂੰ ਫੇਰ ਸਵੇਰੇ 11:30 ਵਜੇ ਬੈਠਕ ਹੋਏਗੀ। ਹਾਲਾਂਕਿ ਕਿਸਾਨਾਂ ਨੂੰ ਇਹ ਕੇਂਦਰ ਨੇ ਸੱਦਾ ਦਿੱਤਾ ਹੋਏਗਾ, ਪਰ ਕਿਸਾਨ ਜਥੇਬੰਦੀਆਂ ਇਸ ਬੈਠਕ ਦੇ ਵਿੱਚ ਆਉਣਗੀਆਂ ਜਾਂ ਨਹੀਂ ਆਉਣਗੀਆਂ ਇਸ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੋ ਪਾਇਆ ਹੈ। ਪਰ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਹੁਣ ਬੈਠਕਾਂ ਨੇ ਜਿਹੜੀਆਂ ਉਹ ਲਗਾਤਾਰ ਕਿਸਾਨਾਂ ਦੇ ਨਾਲ ਜਾਰੀ ਰਹਿਣਗੀਆਂ। ਅੱਜ ਦੀ ਮੀਟਿੰਗ ਦੇ ਵਿੱਚ ਲੱਗਦਾ ਸੀ ਕਿ ਕੁਛ ਨਾ ਕੁਛ ਜ਼ਰੂਰ ਨਿਕਲੇਗਾ। ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਥੋੜੀ ਜੀ ਨੀਵੀਂ ਤਾਂ ਹੋਈ ਹੈ, ਪਰ ਕੁਛ ਨਹੀਂ ਨਿਕਲਿਆ ਇਸ ਮੀਟਿੰਗ ਦੇ ਵਿੱਚੋਂ ਵੀ। ਪਹਿਲੇ ਗੇੜ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਚਾਹ ਪੀਣ ਦੇ ਲਈ ਕਿਹਾ ਤਾਂ ਕਿਸਾਨਾਂ ਨੇ ਕਿਹਾ ਕਿ ਤੁਸੀਂ ਚਾਹ ਪੀਣੀ ਹੈ ਤਾਂ ਪੀ ਆਓ, ਸਾਡੇ ਅੰਦੋਲਨਾਂ ਦੇ ਵਿੱਚ ਆ ਜਾਓ, ਸਾਡੇ ਸੰਘਰਸ਼ ਦੇ ਵਿੱਚ ਆ ਜਾਓ, ਲੰਗਰ ਚੱਲ ਰਹੇ ਨੇ, ਆ ਜਾਓ, ਤੁਹਾਨੂੰ ਉੱਥੇ ਚਾਹ ਪਿਆ ਦਿੰਨੇ ਆ, ਅਸੀਂ ਤੁਹਾਨੂੰ ਚਾਹ ਦੇ ਨਾਲ ਨਾਲ ਲੰਗਰ ਵੀ ਛਕਾਵਾਂਗੇ, ਪਰ ਅਸੀਂ ਚਾਹ ਤੁਹਾਡੀ ਨਹੀਂ ਪੀਣੀ, ਤੁਸੀਂ ਸਾਨੂੰ ਕੀ ਚਾਹ ਪਿਆਓਗੇ, ਸਾਡੇ ਕੋਲੇ ਵਾਧੂ ਚਾਹ ਹੈ। ਸੋ ਇਸ ਦੇ ਨਾਲ ਨਾਲ ਸ਼ਾਮ ਦਾ ਜਿਹੜਾ ਰਾਤ ਦਾ ਭੋਜਨ ਹੁੰਦਾ ਡਿਨਰ, ਉਹਦਾ ਵੀ ਸੱਦਾ ਸੀ ਕਿਸਾਨਾਂ ਨੂੰ। ਇਹ ਜਾਣਕਾਰੀ ਮਿਲ ਰਹੀ ਸੀ ਕਿ ਰਾਤ ਨੂੰ 9 ਵਜੇ ਤੱਕ ਬੈਠਕ ਚੱਲੇਗੀ ਤੇ ਕਿਸਾਨਾਂ ਨੇ ਜਦੋਂ ਚਾਹ ਨਹੀਂ ਪੀਤੀ ਤਾਂ ਲੰਗਰ ਤਾਂ ਛਕਣਾ ਹੀ ਕੀ ਸੀ। ਇਸ ਬੈਠਕ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਨਹੀਂ ਹੋਏ। ਕਿਸਾਨ ਲੀਡਰਾਂ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਤੇ ਬੀਜੇਪੀ ਲੀਡਰ ਸੋਮ ਪ੍ਰਕਾਸ਼ ਨੇ ਚਰਚਾ ਕੀਤੀ। ਪੰਜਾਬ ਦੇ ਬੀਜੇਪੀ ਲੀਡਰ ਵੀ ਸ਼ਾਮਲ ਸੀਗੇ ਇਸ ਮੀਟਿੰਗ ਦੇ ਵਿੱਚ। ਸੁਰਜੀਤ ਕੁਮਾਰ ਜਿਆਣੀ ਜਾਂ ਫਿਰ ਹਰਜੀਤ ਸਿੰਘ ਗਰੇਵਾਲ ਵੀ ਸਾਰੇ ਪਹੁੰਚੇ ਹੋਏ ਸੀ। ਹਰਜੀਤ ਗਰੇਵਾਲ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਕਿਸਾਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਕਿਸਾਨ ਆਪਣਾ ਅੰਦੋਲਨ ਖਤਮ ਕਰ ਦੇਣਗੇ? ਉਹ ਕਹਿੰਦੇ ਕਿਸਾਨਾਂ ਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਹ ਆਪਣੇ ਫੈਸਲੇ ਤੇ ਅਡਿੱਗ ਨੇ। ਉਹ ਕਹਿੰਦੇ ਕਿ ਕੇਂਦਰ ਸਾਨੂੰ ਜਿਹੜਾ ਹੈਗਾ ਪਾਟਣ ਦੀ ਕੋਸ਼ਿਸ਼ ਕਰ ਰਹੀ ਹੈ, ਸਾਡੇ ਏਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਇਸ ਚਾਲ ਦੇ ਵਿੱਚ ਕਾਮਯਾਬ ਨਹੀਂ ਹੋਏਗੀ ਤੇ ਅਸੀਂ ਉਹਨਾਂ ਚਿਰ ਇੱਥੋਂ ਹੱਲਣਾ ਨਹੀਂ ਹੈ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ। ਸਾਡਾ ਇਹ ਫੈਸਲਾ ਹੈ, ਸਾਡਾ ਫੈਸਲਾ ਜਿਹੜਾ ਹੈ ਉਹ ਤੇ ਅਸੀਂ ਦ੍ਰਿੜ ਹੈਗੇ ਹਾਂ। ਜੇ ਕੇਂਦਰ ਸਰਕਾਰ ਇਹ ਮੰਗ ਮੰਨੂਗੀ ਤਾਂ ਹੀ ਅਸੀਂ ਦਿੱਲੀ ਖਾਲੀ ਕਰਾਂਗੇ, ਨਹੀਂ ਤਾਂ ਅਸੀਂ ਇੱਥੇ ਹੀ ਬੈਠੇ ਰਹਾਂਗੇ। ਦਰਅਸਲ ਜਦੋਂ ਪਹਿਲੇ ਗੇੜ ਦੀ ਬੈਠਕ ਹੋਈ ਸੀ ਉਹਦੇ ਵਿੱਚ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਦੀਆਂ ਕਮੀਆਂ ਦੀ ਸਮੀਖਿਆ ਦੇ ਲਈ ਕਮੇਟੀ ਬਣਾਉਣ ਦਾ ਮਤਾ ਜਿਹੜਾ ਉਹ ਪੇਸ਼ ਕੀਤਾ ਸੀ, ਪੇਸ਼ਕਸ਼ ਕੀਤੀ ਕੇਂਦਰ ਨੂੰ। ਨਾਲ ਹੀ ਮੰਗਿਆ ਕਿ ਤੁਸੀਂ 4-5 ਆਪਣੇ ਵੀ ਮੈਂਬਰਾਂ ਦੇ ਨਾਮ ਦਿਓ ਜਿਹੜੇ ਕਿ ਇਸ ਕਮੇਟੀ ਦੇ ਵਿੱਚ ਸ਼ਾਮਿਲ ਹੋਣ। ਪਰ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਇਸ ਕਮੇਟੀ ਦੀ ਪੇਸ਼ਕਸ਼ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਪਹਿਲੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ, ਦੂਸਰੇ ਗੇੜ ਦੀ ਮੀਟਿੰਗ ਹੋਈ ਉਹ ਵੀ ਬੇਸਿੱਟਾ ਰਹੀ ਤੇ ਇੰਜ ਲੱਗ ਰਿਹਾ ਹੈ ਕਿ ਜਿਵੇਂ ਕਿਸਾਨ ਉਸ ਮੀਟਿੰਗ ਦਾ ਬਾਈਕਾਟ ਵੀ ਕਰਕੇ ਆਏ ਹੁਣ, ਕਿਉਂਕਿ ਜਿਸ ਤਰੀਕੇ ਨਾਲ ਹੋਰ ਲੰਬੀ ਚੱਲਣੀ ਸੀ ਤਾਂ ਦੋਵਾਂ ਧਿਰਾਂ ਦੀ ਤਲਖੀ ਜਿਹੜੀ ਜ਼ਰੂਰ ਵਧੀ ਹੋਊਗੀ। ਕੇਂਦਰ ਨਾ ਚੁੱਕਣ ਨੂੰ ਤਿਆਰ ਹੈ ਤੇ ਨਾ ਹੀ ਕਿਸਾਨ ਆਪਣੇ ਫੈਸਲੇ ਤੋਂ ਪਰੇ ਨੇ ਜਿਹੜਾ ਉਹ ਹੋਣਾ ਚਾਹੁੰਦੇ ਨੇ। ਸੋ ਤੀਸਰੀ ਬੈਠਕ ਸੀ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ, ਪਰ ਉਸ ਬੈਠਕ ਦੇ ਵਿੱਚੋਂ ਵੀ ਕੁਝ ਵੀ ਨਹੀਂ ਨਿਕਲਿਆ। ਤੇ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਦਾ ਗੱਲਬਾਤ ਦਾ ਸੱਦਾ ਠੁਕਰਾ ਵੀ ਦਿੱਤਾ ਸੀ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਆਪਣੇ ਮਨ ਕੀ ਬਾਤ ਦੇ ਵਿੱਚ ਸਪਸ਼ਟ ਕਰ ਚੁੱਕੇ ਨੇ ਕਿ ਖੇਤੀ ਬਿੱਲ ਠੀਕ ਨੇ। ਖੇਤੀ ਬਿੱਲਾਂ ਦੇ ਠੀਕ ਹੋਣ ਦਾ ਦਾਅਵਾ ਕਰਕੇ ਉਹਨਾਂ ਨੇ ਫੈਸਲਾ ਸੁਣਾ ਦਿੱਤਾ ਤਾਂ ਫਿਰ ਗੱਲਬਾਤ ਕਰਨ ਦਾ ਮਤਲਬ ਹੀ ਨਹੀਂ ਬਣਦਾ। ਜੇ ਉਹ ਸਾਨੂੰ ਥੋੜਾ ਸੰਕੇਤ ਦੇਣ ਕਿ ਜਿਹੜਾ ਖੇਤੀ ਬਿੱਲ ਨੇ ਉਹਨਾਂ ਨੂੰ ਉਹ ਰੱਦ ਕਰ ਸਕਦੇ ਨੇ, ਉਹਨਾਂ ਦੇ ਵਿੱਚ ਕੋਈ ਬਦਲਾਅ ਕਰ ਸਕਦੇ ਨੇ, MSP ਜੋੜ ਸਕਦੇ ਨੇ, ਫਿਰ ਸਾਨੂੰ ਥੋੜਾ ਜਿਹਾ ਕੁਝ ਸੰਕੇਤ ਤਾਂ ਮਿਲੇ ਕਿ ਕੇਂਦਰ ਸਰਕਾਰ ਕਿਹੜੇ ਰੌਂ ਦੇ ਵਿੱਚ ਹੈ। ਪਰ ਪ੍ਰਧਾਨ ਮੰਤਰੀ ਤਾਂ ਸਾਫ਼ ਕਰ ਚੁੱਕੇ ਨੇ ਕਿ ਖੇਤੀ ਬਿੱਲ ਠੀਕ ਨੇ। ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਰ ਰਾਤ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਲਿਖਤੀ ਸੱਦਾ ਭੇਜਿਆ ਹੈ, ਪਰ ਕੇਂਦਰ ਸਰਕਾਰ ਨੂੰ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਭੇਜਣਾ ਚਾਹੀਦਾ ਹੈ, ਕਿਉਂਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਨਹੀਂ, ਇਹ ਪੂਰੇ ਦੇਸ਼ ਦਾ ਹੁਣ ਬਣ ਚੁੱਕਿਆ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਧੇਰ ਨੇ ਕਿਹਾ ਕਿ ਸਾਡੀ ਜਥੇਬੰਦੀ ਮੋਦੀ ਸਰਕਾਰ ਦੇ ਉਸ ਦਾਅਵੇ ਨਾਲ ਸਹਿਮਤ ਨਹੀਂ ਹੈ ਜਿਹਦੇ ਵਿੱਚ ਮੋਦੀ ਨੇ ਕਿਹਾ ਕਿ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨ ਕਰ ਰਹੇ ਨੇ, ਬਾਕੀ ਸੂਬਿਆਂ ਦੇ ਨਹੀਂ ਕਰ ਰਹੇ। ਇਸ ਲਈ ਉਹ ਗੱਲਬਾਤ ਦਾ ਸੱਦਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਹੀ ਭੇਜ ਰਹੇ ਨੇ, ਜਦੋਂ ਕਿ ਇਸ ਅੰਦੋਲਨ ਵਿੱਚ ਹਰਿਆਣਾ ਦੇ ਕਿਸਾਨ ਵੱਡੇ ਪੱਧਰ ਤੇ ਸ਼ਾਮਿਲ ਹੋ ਰਹੇ ਨੇ। ਉੱਤਰਾਖੰਡ, ਯੂਪੀ, ਰਾਜਸਥਾਨ, ਹਿਮਾਚਲ ਪ੍ਰਦੇਸ਼ ਦੇ ਕਿਸਾਨ ਵੀ ਦਿੱਲੀ ਨੂੰ ਕੂਚ ਕਰ ਚੁੱਕੇ ਨੇ। ਸੋ ਇਹ ਮਤਲਬ ਨਹੀਂ ਬਣਦਾ ਕਿ ਇਕੱਲੇ ਪੰਜਾਬ ਦਾ ਹੀ ਇਹ ਅੰਦੋਲਨ ਹੈ। ਸੋ ਇਹ ਵੀ ਜਾਣਕਾਰੀ ਦਿੱਤੀ ਉਹਨਾਂ ਨੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ
ਸਿੰਘੂ ਬਾਰਡਰ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਲਗਾਤਾਰ ਜਾਰੀ ਹੈ ਤੇ ਉਹਨਾਂ ਦੇ ਹੋਰ ਜਥੇ ਨੇ ਜਿਹੜੇ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਤੋਂ ਰਵਾਨਾ ਹੋਣਗੇ। ਜਿਹੜਾ ਕੱਲ 32 ਪੰਜਾਬ ਦੀਆਂ ਜਥੇਬੰਦੀਆਂ ਨੂੰ ਸੱਦਾ ਆਇਆ, ਜਿਨ੍ਹਾਂ 'ਚ 30 ਜਥੇਬੰਦੀਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੀਕੇਯੂ ਗਰਾਹਾਂ, ਇਹ 32 ਸੰਗਠਨਾਂ ਨੂੰ ਸੱਦਾ ਆਇਆ ਵਾ ਤੇ ਦੇਰ ਰਾਤ ਸੱਦਾ ਦਿੱਤਾ ਹੋਇਆ। ਇਸੇ ਕਰਕੇ ਸ਼ਾਇਦ ਦੇਰ ਰਾਤ ਚਿੱਠੀ ਕੱਢੀ ਹੋਊਗੀ ਵੀ ਪਤਾ ਨਾ ਲੱਗ ਜਾਏ। ਸਾਡੇ ਸੰਗਠਨ ਨੂੰ ਤੇ ਕਦੀ ਸਰਕਾਰ ਵੱਲੋਂ ਕੋਈ ਸਿੱਧੀ ਚਿੱਠੀ ਨਹੀਂ ਕਿਸੇ ਪਾਸੇ ਆਈ, ਮੀਡੀਆ ਰਾਹੀਂ ਜ਼ਿਆਦਾ ਪਤਾ ਲੱਗਦਾ ਵਾ। ਜੇ ਜਥੇਬੰਦੀਆਂ ਨੂੰ ਚਿੱਠੀ ਕੱਢਣੀ ਹੋਵੇ ਤਾਂ ਸਾਰੀਆਂ ਨੂੰ ਸਿੱਧੀ ਉਹਨਾਂ ਨੂੰ ਚਿੱਠੀ ਸਰਕਾਰ ਨੂੰ ਪਾਉਣੀ ਚਾਹੀਦੀ ਆ। ਇਹ ਤੋਂ ਗਾਹਾਂ ਇਹਦੇ ਵਿੱਚ ਜਿਹੜੇ ਦੇਸ਼ ਦੀਆਂ ਜਿਵੇਂ ਹਰਿਆਣੇ ਦੇ ਹਜ਼ਾਰਾਂ ਲੋਕ ਸੰਘਰਸ਼ ਕਰ ਰਹੇ ਆ, ਯੂਪੀ ਦੇ ਆ, ਉੱਤਰਾਖੰਡ ਦੇ ਆ, ਹੋਰਨਾਂ ਹਿੱਸਿਆਂ ਤੋਂ ਵੀ ਬਹੁਤ ਵੱਡਾ ਹਿੱਸਾ ਦਿੱਲੀ 'ਚ ਕੁਝ ਪਹੁੰਚ ਚੁੱਕਾ, ਕੋਈ ਪਹੁੰਚ ਰਿਹਾ ਵਾ। ਸੋ ਉਹਨਾਂ ਸਾਰੇ ਹਿੱਸਿਆਂ ਨੂੰ ਜੇ 32 ਜਥੇਬੰਦੀਆਂ ਸੱਦ ਲਈਆਂ ਤੇ 500 ਜਥੇਬੰਦੀਆਂ ਦੀ ਇੱਕ ਕਮੇਟੀ ਆ 5-7 ਮੈਂਬਰਾਂ ਦੀ ਬਣੀ ਹੋਈ ਆ। ਜਿਹੜੇ ਪੰਜਾਬ ਵਾਲੇ ਤੁਸੀਂ ਪਹਿਲੋਂ ਸੱਦ ਲਏ, ਉਹਨਾਂ ਨੂੰ ਛੱਡ ਕੇ ਕੋਈ 2-4 ਤੁਹਾਨੂੰ ਹੋਰ ਸੱਦਣੇ ਪੈਣੇ ਸੀਗੇ, ਉਹਨਾਂ ਨੂੰ ਵੀ ਸੱਦ ਲੈਂਦੇ ਤਾਂ ਕੋਈ ਵੱਡੀ ਗੱਲ ਸੀਗੀ। ਇੱਕ ਤਾਂ ਸਾਰੇ ਦੇਸ਼ ਦੇ ਸੰਗਠਨਾਂ ਨੂੰ ਨਾ ਸੱਦ ਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਸਾਨਾਂ ਮਜ਼ਦੂਰਾਂ ਦਾ। ਤੇ ਜੇ ਅਸੀਂ ਇਸ ਮੀਟਿੰਗ ਵਿੱਚ ਜਾਂਦੇ ਹਾਂ ਤੇ ਮੰਨ ਕੇ ਜਾਵਾਂਗੇ ਵੀ ਇਕੱਲਾ ਅੰਦੋਲਨ ਪੰਜਾਬ ਚੱਲ ਰਿਹਾ ਜੋ ਕੇਂਦਰ ਸਾਜ਼ਿਸ਼ ਕਰਨਾ ਚਾਹ ਰਿਹਾ ਵਾ। ਪ੍ਰਧਾਨ ਮੰਤਰੀ ਜੀ ਲਗਾਤਾਰ ਗੁੰਮਰਾਹ ਕਰ ਰਹੇ ਦੇਸ਼ ਨੂੰ, ਔਰ ਦੇਸ਼ ਦੇ ਇੱਕ ਚੈਨਲਾਂ ਤੇ ਇੱਕ ਵੱਡੇ ਹਿੱਸੇ ਤੇ ਪੰਜਾਬੀ ਚੈਨਲਾਂ ਤੇ ਪਤਾ ਲੱਗ ਗਿਆ, ਉਹ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਟੈਕਸ ਲੱਗਦਾ। ਕਿਸਾਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ। ਸੋ ਇਸ ਕਰਕੇ ਭਰਾਓ ਮੀਡੀਆ 'ਚ ਇਹ ਨਾ ਆਵੇ ਵੀ ਅਸੀਂ ਗੱਲਬਾਤ ਠਕਰਾਤੀ ਆ। ਗੱਲਬਾਤ ਨਹੀਂ ਠਕਰਾਉਂਦੇ, ਗੱਲਬਾਤ ਕਰਨਾ ਚਾਹੁੰਦੇ ਆ, ਪਰ ਸਾਡੇ ਵਿੱਚ ਤੁਸੀਂ ਫੁੱਟ ਪਾਉਣਾ ਚਾਹੋ, ਇਹ ਫੁੱਟ ਨਹੀਂ ਬਰਦਾਸ਼ਤ ਹੈਗੀ। ਸੋ ਦੇਸ਼ ਦੀਆਂ ਜੁੱਦੀਆਂ ਜਥੇਬੰਦੀਆਂ ਦੇ ਕੋਈ ਜਿਹੜੀ ਕਮੇਟੀ ਬਣੀ ਉਹਨੂੰ ਸੱਦਿਆ ਨਹੀਂ ਜਾ ਰਿਹਾ। ਕਿਸਾਨਾਂ ਮਜ਼ਦੂਰਾਂ ਦੇ 'ਚ ਫੁੱਟ ਪਰ ਪੂਰਾ ਦੇਸ਼ ਲੜ ਰਿਹਾ ਵਾ। ਇਹ ਤੋਂ ਗਾ ਪ੍ਰਧਾਨ ਮੰਤਰੀ ਜੀ ਖੁਦ ਮੀਟਿੰਗ ਨਹੀਂ ਲੈ ਰਹੇ। ਇਹਨਾਂ ਕਾਰਨਾਂ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੀ। ਪੰਜਾਬ ਦੇ ਕਿਸਾਨ ਜਿਹੜੇ ਅੰਦੋਲਨ ਦੀ ਅਗਵਾਈ ਕਰ ਰਹੇ ਨੇ, ਇੱਕ ਵੱਡੇ ਸੰਘਰਸ਼ ਦੀ ਅਗਵਾਈ ਕਰ ਰਹੇ ਨੇ, ਉਸ ਸੰਘਰਸ਼ ਦੀ ਗੂੰਜ ਦੁਨੀਆ ਭਰ ਦੇ ਵਿੱਚ ਪੈ ਚੁੱਕੀ ਹੈ। ਪਹਿਲੀ ਵਾਰੀ ਇਹ ਜਿਹੜਾ ਇੰਨੇ ਸਾਲਾਂ ਤੋਂ ਬਾਅਦ ਦਿਖ ਰਿਹਾ ਹੈ ਕਿ ਦਿੱਲੀ ਨੂੰ ਕੂਚ ਕੀਤਾ ਹੈ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ, ਜਿਸ ਦੀ ਅਗਵਾਈ ਪੰਜਾਬ ਦੇ ਕਿਸਾਨ ਲੀਡਰ ਕਰ ਰਹੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਕਿਸਾਨਾਂ ਦੀ ਹਮਾਇਤ ਦੇ ਵਿੱਚ। ਕਹਿੰਦੇ ਨੇ ਕਿ ਕੈਨੇਡਾ ਸ਼ਾਂਤਮਈ ਵਿਰੋਧ ਦੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹੇਗਾ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਦਾ ਰਵੱਈਆ ਹੈ ਉਹਦੇ ਨਾਲ ਹਾਲਾਤ ਚਿੰਤਾਜਨਕ ਨੇ ਜਿਹੜੇ ਉਹ ਬਣ ਚੁੱਕੇ ਨੇ। ਕਿਸਾਨਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਭਾਰਤ ਵਿੱਚੋਂ ਖਬਰਾਂ ਆ ਰਹੀਆਂ ਨੇ, ਹਾਲਤ ਚਿੰਤਾਜਨਕ ਹੈ ਤੇ ਅਸੀਂ ਸਾਰੇ ਉਹਨਾਂ ਦੇ ਲਈ ਬਹੁਤ ਚਿੰਤਤ ਹਾਂ, ਟਰੂਡੋ ਨੇ ਕਿਹਾ। ਤੇ ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸਾਰੇ ਲੋਕਾਂ ਨੂੰ, ਸਾਰੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਵੀ ਭੇਜੀ ਹੈ। So by recognizing the news coming out of India about the protest by farmers, the situation is concerning, and we're all very worried about family and friends. I know that's the reality for many of you. Let me remind you, Canada will always be there to defend the right of peaceful protest. We believe in the importance of dialogue, and that's why we've reached out through multiple means directly to the Indian authorities to highlight our concerns. This is a moment for all of us to pull together, because of COVID and because of everything else as well. We're going to be there to continue to work together as we there to help each other out. ਕੈਨੇਡਾ ਦੇ ਸਿਰਫ ਪ੍ਰਧਾਨ ਮੰਤਰੀ ਹੀ ਨਹੀਂ ਬਲਕਿ ਕੈਨੇਡਾ ਦੇ ਵਿਦੇਸ਼ ਮੰਤਰੀ ਫ੍ਰਾਂਸੋਆ ਫਿਲਿਪ ਸ਼ੈਂਪੀਅਨ ਨੇ ਵੀ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਅੰਦੋਲਨ ਕਰਨਾ ਇੱਕ ਲੋਕਤਾਂਤਰਿਕ ਅਧਿਕਾਰ ਹੈ ਤੇ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। The member rightfully mentioned the freedom to protest peacefully is a fundamental right that must be respected. Canada is concerned by reports of violence that some farmers would have been met with as they march peacefully in protest. As we believe in strong dialogue, we have made diplomatic representation at senior levels, both here in Ottawa and in Delhi, to express our concerns, Mr. Speaker. ਕੈਨੇਡਾ ਦੇ ਕੰਜ਼ਰਵੇਟਿਵ ਲੀਡਰ ਏਰੀਨ ਉਟੋਲੇ ਨੇ ਸਿੱਖ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਅਤੇ ਸਿੱਖ ਸੰਗਤ ਨੂੰ ਕੈਨੇਡਾ ਦੇ ਵਿੱਚ ਵਸਦੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਨੂੰ ਕੋਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਕਾਸ਼ ਦਿਹਾੜਾ ਮਨਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅੱਜ ਬਹੁਤ ਸਾਰੇ ਕੈਨੇਡੀਅਨ ਸਿੱਖ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਲਈ ਘਰਾਂ ਤੋਂ ਬਾਹਰ ਨਿਕਲੇ ਨੇ। ਉਹ ਕਹਿੰਦੇ ਨੇ ਕਿ ਕਿਸਾਨ ਸਾਰਿਆਂ ਦਾ ਢਿੱਡ ਭਰਦਾ ਹੈ, ਉਹ ਚਾਹੇ ਕੈਨੇਡਾ ਦਾ ਕਿਸਾਨ ਹੋਵੇ, ਭਾਰਤ ਦਾ ਹੋਵੇ ਜਾਂ ਫਿਰ ਵਿਸ਼ਵ ਦਾ ਕੋਈ ਵੀ ਇਨਸਾਨ ਹੋਵੇ, ਤੇ ਕਿਸਾਨ ਇਹਨਾਂ ਸਾਰਿਆਂ ਦਾ ਢਿੱਡ ਭਰਦਾ ਹੈ। ਕਿਸੇ ਵੀ ਦੇਸ਼ ਦੇ ਲੋਕਤੰਤਰ ਵਿੱਚ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈ। ਅਸੀਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦਾ ਪੂਰਾ ਸਮਰਥਨ ਕਰਦੇ ਹਾਂ। I also wanted to use this opportunity to congratulate all Sikhs in Canada
who celebrate the birth of Guru Nanak Dev Ji today. I know that celebrations are very different this year, so please stay safe and have a joyous Gurpurab. Many Sikh Canadians have reached out to us in the last few days expressing concern about the response from authorities to the farmer protests in India. Farmers feed cities. We all know this, whether in Canada, India, or anywhere else in this world. The right to freedom of speech and peaceful assembly are fundamental rights in any democracy. I want you to know that Conservatives are aware of the situation. We will always support people's right to peacefully protest. Thank you for staying in touch and stay safe. ਕੈਨੇਡਾ ਦੇ ਸੰਸਦ ਮੈਂਬਰ ਟਿਮ ਸਿੰਘ ਉੱਪਲ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੀ ਹਮਾਇਤ ਕੀਤੀ। ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਤੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਉਹਨਾਂ ਤੇ ਜ਼ਬਰ ਜ਼ੁਲਮ ਢਾ ਰਹੀਆਂ ਨੇ ਉਹ ਕਿਸੇ ਵੀ ਹਾਲਤ ਦੇ ਵਿੱਚ ਠੀਕ ਨਹੀਂ ਹੈ। ਉਹ ਇੱਕ ਇਨਸਾਨ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਉਹਨਾਂ ਦੇ ਉੱਤੇ ਪਥਰਾਅ ਕੀਤਾ ਗਿਆ, ਵਾਟਰ ਕੈਨਨ, ਅਥਰੂ ਗੈਸ ਦੇ ਗੋਲਿਆਂ ਦਾ ਪ੍ਰਯੋਗ ਕੀਤਾ ਗਿਆ, ਉਹ ਬਿਲਕੁਲ ਹੀ ਨਿਖੇਧੀਜਨਕ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸੁਣਿਆ ਜਾਣਾ ਚਾਹੀਦਾ, ਉਹਨਾਂ ਦੇ ਅੰਦੋਲਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ। ਅਸੀਂ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕਰਦੇ ਹਾਂ। ਕਹਿੰਦੇ ਨੇ ਕਿ ਜੇ ਕਿਸਾਨ ਨਹੀਂ ਹੋਏਗਾ ਤਾਂ ਫੂਡ ਵੀ ਨਹੀਂ ਹੋਏਗਾ। ਨੋ ਫਾਰਮਰ ਨੋ ਫੂਡ। Gurpurb diyan lakh lakh badaiyan. Mr. Speaker, today is Guru Nanak Dev Ji's Gurpurb, meaning is the birthday of the founder of the Sikh faith. And this year, Sikhs across Canada and around the world are thinking and praying for India's farmers who are peacefully protesting new farming legislation. Hundreds of thousands of farmers from Punjab, Haryana, and other parts of India have made their way to Delhi. Shockingly, along the way, these peaceful protesters were met with blockades, water cannons, batons, and tear gas. But they persisted peacefully. In fact, they even provided food and water to the same security forces that were attacking them. The right to peaceful protest is fundamental in any democracy. These farmers deserve to be heard and respected. So as the world watches, Mr. Speaker, we urge the Indian government to hear out the farmers. Because the fact is, Mr. Speaker, no farmers, no food. तो ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋ ਬਿਆਨ ਦਿੱਤਾ ਹੈ ਉਸ ਤੋਂ ਭਾਰਤ ਨੂੰ ਤਕਲੀਫ ਹੋਈ ਹੈ। ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਜਸਟਿਨ ਟਰੂਡੋ ਦੀ ਟਿੱਪਣੀ ਬਿਲਕੁਲ ਹੀ ਅਣਉਚਿਤ ਹੈ, ਖਾਸ ਕਰਕੇ ਇੱਕ ਲੋਕਤਾਂਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦੇ ਸੰਬੰਧ ਵਿੱਚ ਕੀਤੀ ਗਈ ਇਹ ਟਿੱਪਣੀ ਹੈ। ਇਸ ਦੀ ਅਸੀਂ ਨਿੰਦਿਆ ਕਰਦੇ ਹਾਂ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਸਭ ਤੋਂ ਚੰਗਾ ਹੋਏਗਾ ਕਿ ਕੂਟਨੀਤਿਕ ਸੰਵਾਦ ਨੂੰ ਸਿਆਸੀ ਮਕਸਦ ਨਾਲ ਗਲਤ ਤਰੀਕੇ ਨਾਲ ਨਾ ਪੇਸ਼ ਕੀਤਾ ਜਾਵੇ। ਸੋ ਦਿੱਲੀ ਦੇ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਸ ਦੀ ਗੱਲ ਕਰ ਲਈਏ ਤਾਂ ਉੱਥੇ ਕਿਸਾਨ ਲਗਾਤਾਰ ਗੋਦੀ ਮੀਡੀਆ ਦਾ ਡਟ ਕੇ ਵਿਰੋਧ ਕਰ ਰਹੇ ਨੇ, ਯਾਨੀ ਕਿ ਨੈਸ਼ਨਲ ਮੀਡੀਆ ਜਿਹੜਾ ਭਾਰਤ ਦਾ ਉਸ ਨੂੰ ਗੋਦੀ ਮੀਡੀਆ ਦਾ ਨਾਮ ਦੇ ਕੇ ਕਿਸਾਨ ਡਟਵਾਂ ਵਿਰੋਧ ਕਰ ਰਹੇ ਨੇ। ਗੋਦੀ ਮੀਡੀਆ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਪੰਜਾਬੀਆਂ ਨੂੰ ਗਲਤ ਢੰਗ ਨਾਲ ਨਾ ਦਰਸਾਇਆ ਜਾਵੇ ਕਿਉਂਕਿ ਕਿਸਾਨਾਂ ਦੇ ਸਿਰ ਤੇ ਹੀ ਤੁਹਾਡਾ ਰਾਸ਼ਨ ਆਉਂਦਾ ਹੈ। ਗੋਦੀ ਮੀਡੀਆ ਵੀ ਆਖਿਰਕਾਰ ਰੋਟੀ ਤਾਂ ਹਰ ਕੋਈ ਖਾਂਦਾ ਹੈ, ਢਿੱਡ ਹਰ ਕੋਈ ਭਰਦਾ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਉਹ ਮੀਡੀਆ ਕਰਮੀ ਹੋਵੇ, ਚਾਹੇ ਉਹ ਬਿਲਕੁਲ ਗਰੀਬ ਬੰਦਾ ਹੋਵੇ ਜਾਂ ਸਭ ਤੋਂ ਅਮੀਰ, ਉਹ ਅੰਨ ਜਿਹੜਾ ਖਾਂਦਾ ਹੈ ਉਹ ਕਿਸਾਨਾਂ ਦੇ ਹੱਥਾਂ ਦੇ ਵਿੱਚੋਂ ਹੀ ਉੱਗ ਕੇ ਆਉਂਦਾ ਹੈ, ਧਰਤੀ ਦੇ ਵਿੱਚੋਂ ਬੀਜਦੇ ਨੇ ਤਾਂ ਅਸੀਂ ਖਾ ਪਾਉਂਦੇ ਹਾਂ। ਸੋ ਕਿਸਾਨਾਂ ਨੇ ਖਾਸ ਤੌਰ ਤੇ ਨਾਮ ਲਏ ਨੇ ਜਿਹੜੇ ਚੈਨਲਾਂ ਦੇ, ਉਹ ਅਸੀਂ ਕਿਸਾਨਾਂ ਦੇ ਵੱਲੋਂ ਜਿਹੜੇ ਨਾਮ ਲਏ ਗਏ ਨੇ ਉਹ ਤੁਹਾਨੂੰ ਦੱਸਦੇ ਹਾਂ। ਜ਼ੀ ਨਿਊਜ਼, ਰਿਪਬਲਿਕ ਭਾਰਤ ਅਤੇ ਆਜ ਤੱਕ, ਇਹਨਾਂ ਟੀਵੀ ਚੈਨਲਾਂ ਦਾ ਨਾਮ ਲੈਂਦਿਆਂ ਕਿਸਾਨਾਂ ਨੇ ਕਿਹਾ ਕਿ ਇਹ ਮੀਡੀਆ ਚੈਨਲ ਗੋਦੀ ਮੀਡੀਆ ਨੇ ਜੋ ਸੱਚੀ ਗੱਲ ਦਿਖਾ ਹੀ ਨਹੀਂ ਸਕਦੇ। ਇਹਨਾਂ ਨੇ ਕਿਸਾਨਾਂ ਤੇ ਪੁਲਿਸ ਨੂੰ ਕੁਚਲਣ ਦੇ ਇਲਜ਼ਾਮ ਲਾ ਦਿੱਤੇ ਨੇ, ਜਦਕਿ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕੀਤਾ, ਕਿਸਾਨਾਂ ਤੇ ਬੁਛਾੜਾਂ ਕੀਤੀਆਂ। ਕਹਿੰਦੇ ਇਹ ਬੇਹੱਦ ਸ਼ਰਮਨਾਕ ਹੈ ਇਹ ਕਹਿਣਾ ਕਿ ਕਿਸਾਨਾਂ ਨੇ ਪੁਲਿਸ ਨੂੰ ਕੁਚਲਿਆ। ਉਹਨਾਂ ਨੇ ਗੋਦੀ ਮੀਡੀਆ ਨੂੰ ਨਸੀਹਤ ਦਿੱਤੀ ਹੈ ਕਿ ਕਿਸਾਨ ਤਾਂ ਇੱਥੇ ਪੁਲਿਸ ਕਰਮੀਆਂ ਨੂੰ ਵੀ ਰੋਟੀ ਛਕਾ ਰਹੇ ਨੇ। ਗੋਦੀ ਮੀਡੀਆ ਕਿਸਾਨਾਂ ਦੇ ਅੰਦੋਲਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿਸਾਨਾਂ ਨੂੰ ਇਹਨਾਂ ਚੈਨਲਾਂ ਦਾ ਬਾਈਕਾਟ ਕਰਨ ਤੇ ਇਹਨਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਖਾਸ ਤੌਰ ਤੇ ਰਿਪਬਲਿਕ ਭਾਰਤ ਦੇ ਜਿਹੜੇ ਸੰਪਾਦਕ ਹੈਗੇ ਨੇ ਚੈਨਲ ਦੇ ਅਰਨਵ ਗੋਸਵਾਮੀ, ਉਹਨਾਂ ਤੇ ਨਿਸ਼ਾਨਾ ਲਾਇਆ ਕਿਸਾਨਾਂ ਨੇ ਕਿ ਬਹੁਤ ਹੀ ਇਹ ਘਟੀਆ ਬੰਦਾ ਹੈ। ਮਹਾਰਾਸ਼ਟਰ ਵਿੱਚ ਉਸ ਨਾਲ ਜੋ ਵੀ ਹੋਇਆ ਬਿਲਕੁਲ ਠੀਕ ਹੋਇਆ, ਕਿਸਾਨਾਂ ਦੀ ਬਣਾਈ ਹੀ ਰੋਟੀ ਖਾਂਦਾ ਹੈ। ਕਹਿੰਦੇ ਅਸੀਂ ਨਾਰੇ ਨਹੀਂ ਲਾਵਾਂਗੇ, ਅਸੀਂ ਲਾਵਾਂਗੇ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਗੱਲ ਨੂੰ ਸਮਝੋ, ਖਾਲਸਾ ਦਾ ਮਤਲਬ ਸੱਚ ਹੁੰਦਾ ਹੈ, ਪਿਓਰ ਹੁੰਦਾ ਹੈ। ਡੋਂਟ ਟਰਾਈ ਟੂ ਮੈਨੀਪੂਲੇਟ ਦ ਇਨੋਸੈਂਟ ਪੰਜਾਬੀ ਪੀਪਲ। ਯੂ ਗਾਇਜ਼ ਥਿੰਕ ਵੀ ਆਰ ਫੂਲ, we are the people because of whom you get the food in your plates, okay? And try to remember that we are the people
ਜੇ ਅਸੀਂ ਤੁਸੀਂ ਤੁਹਾਨੂੰ ਲੱਗਦਾ ਨਾ ਅਸੀਂ ਰੋਟੀ ਖਾਂਦੇ ਤੁਸੀਂ ਪੀਜ਼ੇ ਖਾਂਦੇ ਹੋ, ਪੁੱਤ ਤੁਹਾਡੇ ਪੀਜ਼ੇ ਵੀ ਸਾਡੇ ਮੱਕੇ ਨਾਲ ਸਾਡੇ ਮੈਦੇ ਨਾਲ ਬਣਦੇ ਜੇ ਕਿਸਾਨ ਨੇ ਮੱਕਾਂ ਤੇ ਮੈਦਾ ਖਾਣਾ ਬੰਦ ਕਰਤਾ ਨਾ ਤੇ ਤੁਹਾਡੇ ਪੀਜ਼ੇ 버ਗਰ ਵੀ ਖਤਮ ਹੋ ਜਾਣੇ ਜੇ। ਤੇ ਇਸ ਕਰਕੇ ਡੋਂਟ ਟਰਾਈ ਟੂ ਮੈਨੀਪੂਲੇਟ ਦ ਇਨੋਸੈਂਟ ਪੰਜਾਬੀ ਪੀਪਲ। ਇਹ 3 ਚੈਨਲ ਦੇ ਜੀ ਨਿਊਜ਼ ਰਿਪਬਲਿਕ आज तक इको सा मैडम हैगी बड़ी सोहनी सुनखी, रब नूं समत बखे सच्चे पातशाह, उन्होंने अकल दे अंजना ओम कश्यप। ओ बीबी पता नहीं की बोलदी है, वाहिगुरू तेरे भी बच्चे हैगे ने, तू भी मर जाने बीबी। ओ शर्म कर शर्म, तू सदा वास्ते यू आर नॉट इमॉर्टल, यू हैव टू डाई वंस, यू हैव टू लिव वंस। इन्हां 3 चैनलों नूं इन्हां नूं कोई इंटरव्यू ना दिओ, इन्हां दा बॉयकॉट कर दिओ, इन्हां दा मुंह मोड़ लो। एक बंदा है गंदा जिहा हुणे महाराष्ट्र ने ठोकिया सीगा अर्नब गोस्वामी, वो बड़ा गंदा बंदा जे। वो कैप्टन अमरिंदर सिंह नाल गल करके कहंदा ये किसान उग्र प्रदर्शन कर रहे हैं। शेम ऑन यू अर्नब गोस्वामी, यू शेम ऑन यू, तेरे नाल जो होया महाराष्ट्र बिल्कुल ठीक होया। तू गंदा बंदा है, तू किसानां दे बनाई होई रोटी खांदा है, ए शर्म करो। मैं सारे नूं बात ਸੋ ਦ ਖਾਲਸ ਟੀਵੀ ਦੀ ਟੀਮ ਵੀ ਪਹੁੰਚੀ ਹੋਈ ਹੈ ਦਿੱਲੀ, ਸਿੰਘੂ ਬਾਰਡਰ ਹੋਵੇ ਕੁੰਡਲੀ ਬਾਰਡਰ, ਸਭ ਕਿਤੋਂ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ। ਕੁੰਡਲੀ ਬਾਰਡਰ ਤੋਂ ਅੱਜ ਅਸੀਂ ਰਿਪੋਰਟਿੰਗ ਕੀਤੀ ਸੀ, ਉੱਥੇ ਕਿਸਾਨਾਂ ਨੇ ਇੱਕ ਵੱਡਾ ਜਿਹੜਾ ਜਿਗਰਾ ਦਿਖਾਇਆ। ਉਹ ਕਹਿੰਦੇ ਕਿ ਬਾਰਡਰ ਸਾਨੂੰ ਬੰਦ ਕਰਨੇ ਪੈ ਰਹੇ ਨੇ ਸਰਕਾਰ ਨੂੰ ਜਗਾਉਣ ਦੇ ਲਈ, ਅਸੀਂ ਦਿੱਲੀ ਦਾ ਜਿਹੜਾ ਨੱਕ ਹੈ ਉਹ ਬਲੌਕ ਕਰਨਾ ਹੀ ਸੀ ਕਿਉਂਕਿ ਕੇਂਦਰ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਪਰ ਅਸੀਂ ਦਿੱਲੀ ਵਾਸੀਆਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ, ਦਿੱਲੀ ਵਾਸੀ ਸਾਡੇ ਹੀ ਭੈਣ ਭਰਾ ਨੇ। ਜੇ ਦਿੱਲੀ ਦੇ ਵਿੱਚ ਬਾਰਡਰ ਬੰਦ ਹੋਣ ਦੇ ਨਾਲ ਰਾਸ਼ਨ ਪਾਣੀ ਮੁੱਕ ਵੀ ਜਾਂਦਾ ਹੈ ਤਾਂ ਅਸੀਂ ਜਿਹੜਾ ਆਪਣੇ ਨਾਲ ਲਿਆਂਦਾ ਰਾਸ਼ਨ ਹੈ 4-4 5-5 ਮਹੀਨਿਆਂ ਦਾ ਸਾਡੇ ਕੋਲੇ, ਉਹ ਅਸੀਂ ਦਿੱਲੀ ਵਾਸੀਆਂ ਨੂੰ ਦੇਵਾਂਗੇ। ਆਪ ਅਸੀਂ ਭੁੱਖੇ ਮਰਾਂਗੇ ਪਰ ਉਹਨਾਂ ਨੂੰ ਅਸੀਂ ਰਾਸ਼ਨ ਜ਼ਰੂਰ ਦੇਵਾਂਗੇ। ਸੋ ਇਹ ਮਿਲਵਰਤਨ ਦੀਆਂ ਗੱਲਾਂ ਨੇ ਜਿਹੜੀਆਂ ਉਹ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬੀਆਂ ਦਾ ਹੀ ਜਿਗਰਾ ਹੁੰਦਾ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਸਾਡੀ ਸੋਚ ਇਹ ਆ ਵੀ ਜੇ ਅੰਦਰੋਂ ਕੁਝ ਮੁੱਕ ਵੀ ਗਿਆ ਦਿੱਲੀ ਦੀ ਸੰਗਤ ਵਾਸਤੇ, ਸਾਡਾ ਜਿਹੜਾ ਰਾਸ਼ਨ ਆ ਅਸੀਂ ਭੁੱਖੇ ਰਹਿ ਕੇ ਅੰਦਰ ਸਾਡੇ ਜਿਹੜੇ ਹਿੰਦੂ ਵੀਰ ਸਾਡੇ ਭੈਣ ਭਰਾ ਬੈਠੇ ਨੇ ਉਹਨਾਂ ਤੱਕ ਅਸੀਂ ਆਪਦੀ ਰਸਦ ਆਪਦੀ ਉਹਨਾਂ ਨੂੰ ਦੇ ਦਾਂਗੇ। ਅਸੀਂ ਉਹਨਾਂ ਦਾ ਹੁੱਕਾ ਪਾਣੀ ਨਹੀਂ ਬੰਦ ਕਰਨਾ ਹੈ। ਅਸੀਂ ਇੱਕ ਸਿਰਫ ਇਹਨੂੰ ਹੰਕਾਰੀ ਹੋਈ ਹਕੂਮਤ ਨੂੰ ਸਬਕ ਸਿਖਾਉਣ ਲਈ ਆਏ ਹਾਂ ਵੀ ਜਿਹੜਾ ਤੁਹਾਡਾ ਪਹਿਲਾਂ ਆਪਾਂ ਰਿਪੀਟ ਕਰਦਾ ਮੈਂ ਵੀ ਜਿਹੜਾ ਜ਼ਬਰ ਦਾ ਮੁਕਾਬਲਾ ਹੈ ਸਬਰ ਨਾਲ ਕਰਨਾ, ਉਹਦਾ ਸਿੱਖੀ ਦੇ ਸਿਧਾਂਤਾਂ ਨਾਲ ਕਰਨਾ। ਅਗਲੀ ਖਬਰ ਹੈ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੀ ਹੈ। ਪਰ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਕਾਲਾ ਕਾਨੂੰਨ ਦੱਸਿਆ ਸੀ। ਦਿੱਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਵੀ ਆਪ ਦੇ ਵਰਕਰਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਪਰ ਸੁਖਪਾਲ ਖਹਿਰਾ ਨੇ ਖੇਤੀ ਕਾਨੂੰਨ ਨੂੰ ਲੈ ਕੇ ਦਸਤਾਵੇਜ਼ਾਂ ਦੇ ਜ਼ਰੀਏ ਕੇਜਰੀਵਾਲ ਸਰਕਾਰ ਤੇ ਵੱਡਾ ਇਲਜ਼ਾਮ ਲਾਇਆ। ਇਲਜ਼ਾਮ ਉਹਨਾਂ ਨੇ ਕੀ ਲਾਇਆ ਕਿ 3 ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਕੇਜਰੀਵਾਲ ਸਰਕਾਰ ਨੇ ਲਾਗੂ ਵੀ ਕਰ ਦਿੱਤਾ ਹੈ ਦਿੱਲੀ ਦੇ ਵਿੱਚ। ਸੁਖਪਾਲ ਖਹਿਰਾ ਨੇ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਨੇ ਉਸ ਦੇ ਵਿੱਚ ਨੋਟੀਫਿਕੇਸ਼ਨ ਦਾ ਪੇਪਰ ਵੀ ਜਾਰੀ ਕਰਨ ਦਾ ਦਾਅਵਾ ਕੀਤਾ ਹੈ। ਸੁਖਪਾਲ ਖਹਿਰਾ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੂੰ ਟੈਗ ਕਰਦੇ ਹੋਏ ਸਵਾਲ ਪੁੱਛਿਆ ਕਿ ਖੇਤੀ ਕਾਨੂੰਨ ਤੇ ਤੁਹਾਡਾ ਡਬਲ ਸਟੈਂਡਰਡ ਹੈ। ਉਹਨਾਂ ਪੁੱਛਿਆ ਕਿ ਕੇਜਰੀਵਾਲ ਦੱਸਣ ਕਿ ਕੀ ਉਹ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਖੜੇ ਨੇ ਜਾਂ ਫਿਰ ਕਿਸਾਨਾਂ ਦੇ ਨਾਲ ਖੜੇ ਨੇ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਹਰ ਕਿਸੇ ਦੀ ਹਮਾਇਤ ਮਿਲ ਰਹੀ ਹੈ। ਹੁਣ ਤਾਂ ਵਿਦੇਸ਼ਾਂ ਦੇ ਵਿੱਚੋਂ ਵੀ ਹਮਾਇਤ ਮਿਲ ਰਹੀ ਹੈ ਤੇ ਇੱਕ ਹੋਰ ਹਮਾਇਤ ਹੁਣ ਮਿਲੀ ਹੈ ਸੁਪਰੀਮ ਕੋਰਟ ਦੇ ਵਕੀਲਾਂ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਤੋਂ। ਇਹਨਾਂ ਵਕੀਲਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲਿਆ ਹੈ। ਹਾਈ ਕੋਰਟ ਦੇ ਸੀਨੀਅਰ ਤੇ ਜੂਨੀਅਰ ਵਕੀਲਾਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਈ ਕੋਰਟ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਲਾਇਰਸ ਇਨ ਸੋਲੀਡੈਰਿਟੀ ਵਿਦ ਫਾਰਮਰਸ ਦੇ ਬੈਨਰ ਹੇਠ ਕੀਤਾ ਗਿਆ। ਇਸ ਦੌਰਾਨ ਵਕੀਲਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵੱਡਾ ਐਲਾਨ ਕੀਤਾ ਗਿਆ ਕਾਨੂੰਨੀ ਮਦਦ ਦੇਣ ਦਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖਿਲਾਫ ਜਿੰਨੀਆਂ ਵੀ FIR ਦਰਜ ਹੋਈਆਂ ਨੇ ਉਹ ਸਾਰਿਆਂ ਦੇ ਮੁਫਤ ਦੇ ਵਿੱਚ ਕੇਸ ਲੜਨਗੇ। ਇਸ ਮਾਮਲੇ ਵਿੱਚ ਵਕੀਲਾਂ ਦੇ ਵੱਲੋਂ ਕਿਸਾਨਾਂ ਖਿਲਾਫ ਦਰਜ ਹੋਈਆਂ FIRs ਦੀਆਂ ਕਾਪੀਆਂ ਨੇ ਜਿਹੜੀਆਂ ਉਹ ਮੰਗਵਾਈਆਂ ਗਈਆਂ ਨੇ। ਖਾਸ ਕਰਕੇ ਨਵਦੀਪ ਸਿੰਘ ਨਾਂ ਦਾ ਉਹ ਨੌਜਵਾਨ ਜਿਸ ਨੇ ਪੁਲਿਸ ਦੀ ਉਸ ਗੱਡੀ ਦੇ ਉੱਤੇ ਚੜ ਕੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ। ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਜੋ ਕੀਤੀਆਂ ਜਾ ਰਹੀਆਂ ਸੀ ਜਿਹੜੀ ਵਾਟਰ ਕੈਨਨ ਦੇ ਵੱਲੋਂ ਜਲ ਤੋਪ ਦੇ ਵੱਲੋਂ ਉਹ ਉਸਨੇ ਬੰਦ ਕਰ ਦਿੱਤੀ ਸੀ ਤੇ ਹਰਿਆਣਾ ਪੁਲਿਸ ਨੇ ਉਸ ਦੇ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਹੈ। ਸੋ ਇਹ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਦਾ ਵੱਡਾ ਐਲਾਨ ਹੈ। ਤੇ ਦਿੱਲੀ ਦੇ ਸੰਘਰਸ਼ ਦੀ ਜੇ ਗੱਲ ਕਰ ਲਈਏ ਮੋੜ ਤੋਂ ਤਾਂ ਸ਼ਾਹੀਨ ਬਾਗ ਦੀਆਂ ਔਰਤਾਂ ਨੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਸੀ। ਸ਼ਾਹੀਨ ਬਾਗ ਦੀ ਜਿਹੜੀ ਦਾਦੀ ਬਿਲਕਿਸ ਬਾਨੋ ਉਸ ਨੂੰ ਹੁਣ ਦਿੱਲੀ ਪੁਲਿਸ ਨੇ ਸਿੰਘੂ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ। ਕਿਸਾਨ ਵਿਰੋਧੀ ਪ੍ਰਦਰਸ਼ਨ ਦੀ ਹਮਾਇਤ ਕਰਨ ਦੇ ਲਈ ਦਾਦੀ ਬਿਲਕਿਸ ਬਾਨੋ ਸਿੰਘੂ ਸਰਹੱਦ ਤੇ ਪਹੁੰਚੀ ਸੀ। ਇਸ ਤੋਂ ਪਹਿਲਾਂ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਾਂ ਤੇ ਅਸੀਂ ਅੱਜ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਾਂਗੇ, ਆਪਣੀ ਆਵਾਜ਼ ਬੁਲੰਦ ਕਰਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ
ਸੁਣਨੀ ਚਾਹੀਦੀ ਹੈ। ਸੋਮਵਾਰ ਰਾਤ ਨੂੰ ਬਿਲਕਿਸ ਦਾਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਤੇ ਵਾਇਰਲ ਵੀਡੀਓ ਦੇ ਵਿੱਚ ਵੀ ਦਾਦੀ ਕਿਸਾਨਾਂ ਦੇ ਪ੍ਰਦਰਸ਼ਨ ਥਾਂ ਦੇ ਉੱਤੇ ਦਿਖਾਈ ਦਿੱਤੀ ਸੀ ਤੇ ਵੀਡੀਓ ਵਿੱਚ ਦਾਦੀ ਨਾਲ ਤੁਰਦੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਯੂਪੀ ਤੋਂ ਵਾਪਸ ਆਉਂਦਿਆਂ ਉਹ ਕਿਸਾਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਰੁਕੀ ਹੈ। ਦਰਅਸਲ ਬਿਲਕਿਸ ਦਾਦੀ ਹੈ ਜਿਹੜੀ ਉਹ ਸ਼ਾਹੀਨ ਬਾਗ ਦੇ ਵਿੱਚ ਜਦੋਂ ਜਿਹੜਾ ਸੀਏ ਦਾ ਵਿਰੋਧ ਹੋ ਰਿਹਾ ਸੀ ਉਸ ਦੇ ਵਿਰੋਧ ਦੇ ਵਿੱਚ ਧਰਨਾ ਲੱਗਿਆ ਸੀ, ਉਸ ਦੇ ਵਿੱਚ ਬਿਲਕਿਸ ਬਾਨੋ ਦੀ ਵਿਸ਼ਵ ਪੱਧਰ ਦੇ ਉੱਤੇ ਚਰਚਾ ਹੋਈ ਸੀ ਤੇ ਮੁੱਖ ਚਿਹਰੇ ਦੇ ਵਜੋਂ ਸਾਹਮਣੇ ਆਈ ਸੀ। ਬਠਿੰਡਾ ਤੋਂ ਖਬਰ ਹੈ ਜਿੱਥੇ ਪਿਛਲੇ 7 ਮਹੀਨਿਆਂ ਤੋਂ ਬੰਦ ਰੇਲਵੇ ਸਫ਼ਰ ਰੇਲਵੇ ਵਿਭਾਗ ਦੇ ਜਾਰੀ ਨਿਰਦੇਸ਼ਾਂ ਤੋਂ ਬਾਅਦ ਦਸੰਬਰ ਦੇ ਪਹਿਲੇ ਦਿਨ ਸ਼ੁਰੂ ਹੋਇਆ, ਜਿਸ ਤੋਂ ਬਾਅਦ ਬਠਿੰਡਾ ਰੇਲਵੇ ਜੰਕਸ਼ਨ ਤੋਂ ਦਿੱਲੀ ਨੂੰ 6 ਟ੍ਰੇਨਾਂ ਨੇ ਅਪ ਡਾਊਨ ਕੀਤਾ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਰੇਲਵੇ ਜੰਕਸ਼ਨ ਤੋਂ 3 ਟ੍ਰੇਨਾਂ ਨੇ ਜਿਹੜੀਆਂ ਉਹ ਸਵੇਰ ਵੇਲੇ ਰਵਾਨਾ ਹੋਈਆਂ, ਜਿਨ੍ਹਾਂ ਵਿੱਚ ਕਿਸਾਨ ਐਕਸਪ੍ਰੈਸ, ਦਿੱਲੀ ਇੰਟਰਸਿਟੀ ਐਕਸਪ੍ਰੈਸ ਤੇ ਹਰਿਦੁਆਰ ਐਕਸਪ੍ਰੈਸ ਸ਼ਾਮਿਲ ਹੈ, ਜਿਹੜੀਆਂ ਸ਼ਾਮ ਨੂੰ ਬਠਿੰਡਾ ਵਾਪਸ ਵੀ ਪਰਤ ਆਉਣਗੀਆਂ। ਰੇਲਵੇ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਚਹਿਲ ਪਹਿਲ ਵੀ ਦਿਖਾਈ ਦਿੱਤੀ। ਯਾਤਰੀਆਂ ਦੀ ਆਮਦ ਵੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਰੇਲਵੇ ਦੇ ਬੁਕਿੰਗ ਸੈਂਟਰ ਤੇ ਟਿਕਟਾਂ ਦੀ ਬੁਕਿੰਗ ਕਰਵਾਉਣ ਲਈ ਯਾਤਰੀਆਂ ਦੀਆਂ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਰਹੀਆਂ। ਦਰਅਸਲ ਕਰੋਨਾ ਵਾਇਰਸ ਦੇ ਕਾਰਨ ਜਿਹੜੀ ਰੇਲਵੇ ਵਿਭਾਗ ਨੇ ਰੇਲਾਂ ਬੰਦ ਕੀਤੀਆਂ ਹੋਈਆਂ ਨੇ। ਹਾਲਾਂਕਿ ਜਿਹੜੀਆਂ ਖਾਸ ਟ੍ਰੇਨਾਂ ਨੇ ਉਹ ਚਲਾ ਦਿੱਤੀਆਂ ਗਈਆਂ ਸੀ ਟਾਈਮ ਤੇ, ਪਰ ਜਿਹੜੀਆਂ ਰੈਗੂਲਰ ਟ੍ਰੇਨਾਂ ਨੇ, ਆਮ ਟ੍ਰੇਨਾਂ ਨੇ ਉਹ ਹਾਲੇ ਪੂਰੇ ਮੁਲਕ ਦੇ ਵਿੱਚ ਹਰ ਥਾਂ ਦੇ ਉੱਤੇ ਮੁੜ ਤੋਂ ਸ਼ੁਰੂ ਨਹੀਂ ਕੀਤੀਆਂ ਗਈਆਂ, ਪਰ ਬਠਿੰਡਾ ਜੰਕਸ਼ਨ ਤੋਂ ਰੇਲਾਂ ਹੁਣ ਸ਼ੁਰੂ ਹੋ ਚੁੱਕੀਆਂ ਨੇ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਕਿਸੇ ਹੱਥੋਂ ਗੁੰਮਰਾਹ ਨਹੀਂ ਹੋ ਰਹੇ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਗੁੰਮਰਾਹ ਹੋ ਗਏ ਨੇ। ਕਾਰਪੋਰੇਟ ਘਰਾਣਿਆਂ ਦੇ ਲਈ ਅੰਨਦਾਤਾ ਦੀ ਬਲੀ ਦੇ ਰਹੇ ਨੇ, ਜਿਹਦੇ ਕਰਕੇ ਆਪਣੀ ਹੋਂਦ ਬਚਾਉਣ ਦੇ ਲਈ ਪੰਜਾਬ ਸਮੇਤ ਦੇਸ਼ ਦਾ ਅੰਨਦਾਤਾ ਆਪਣੇ ਘਰਾਂ ਖੇਤਾਂ ਤੋਂ ਸੈਂਕੜੇ ਮੀਲ ਦੂਰ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦੀ ਸੜਕਾਂ ਦੇ ਉੱਤੇ ਬੈਠਣ ਦੇ ਲਈ ਮਜਬੂਰ ਹੈ। ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਪ੍ਰਧਾਨ ਮੰਤਰੀ ਜੀ ਇਸ ਕਦਰ ਅੰਨੇ ਹੋ ਚੁੱਕੇ ਨੇ ਕਿ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਿਨਾਂ ਦੇਸ਼ ਦੇ ਕਿਸਾਨ, ਮਜ਼ਦੂਰ, ਵਪਾਰੀ, ਕਾਰੋਬਾਰੀ ਸਮੇਤ ਕੋਈ ਵੀ ਆਮ ਬੰਦਾ ਦਿਖਾਈ ਹੀ ਨਹੀਂ ਦੇ ਰਿਹਾ। ਇਸੇ ਕਰਕੇ ਉਹ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੋ ਰਹੇ ਹਾਲੇ ਤੱਕ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਤੇ ਅਸੀਂ ਦਾ ਖਾਲਸ ਟੀਵੀ ਤੇ ਲਗਾਤਾਰ ਜਿਹੜੀਆਂ ਲਾਈਵ ਤਸਵੀਰਾਂ ਨੇ ਜਿਹੜੇ ਬਾਰਡਰ ਦਿੱਲੀ ਦੇ ਘੇਰੇ ਹੋਏ ਨੇ ਕਿਸਾਨਾਂ ਨੇ, ਉੱਥੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹਾਂਗੇ। ਧੰਨਵਾਦ।